ਕਹਾਣੀ ਦਾ ਨਾਂ ਹੈ ਦਸੌਂਧਾ ਸਿੰਘ। ਕਹਾਣੀਕਾਰ ਹਰਦਵਿੰਦਰ ਸਤਿਆਰਥੀ। ਦਸੌਂਧਾ ਸਿੰਘ ਉਸ ਰਸਤੇ ਤੋਂ ਜਾਣੂ ਸੀ। ਬਾਨਿਹਾਲ ਤੋਂ 10 ਮੀਲ ਅੱਗੇ ਪਹਾੜ ਦੀ ਚੜ੍ਹਾਈ 'ਤੇ ਆਉਣ ਵਾਲੇ ਉਸ ਮੋੜ ਦਾ ਜ਼ਿਕਰ ਉਹ ਆਪਣੇ ਕਲੀਨਰ ਨਾਲ ਪਠਾਨਕੋਟ ਤੋਂ ਹੀ ਸ਼ੁਰੂ ਕਰ ਦਿੰਦਾ। ਸੜਕ ਦਾ ਉਹ ਖਰਬੂਜੇ ਦੀ ਫਾੜੀ ਵਰਗਾ ਟੁਕੜਾ ਬਹੁਤ ਬਦਨਾਮ ਸੀ। ਬਰਫ਼ਬਾਰੀ ਦੇ ਮੌਸਮ ਵਿੱਚ ਉੱਥੇ ਅਜਿਹੀ ਹਵਾ ਚੱਲਦੀ ਕਿ ਬਰਫ਼ ਪਹਾੜ ਦੀ ਉਚਾਈ ਤੋਂ ਢਲਕਣ ਲੱਗਦੀ ਤੇ ਸੜਕ ਰੁਕ ਜਾਂਦੀ। ਉਨੀ ਦਿਨੀ ਸਰਕਾਰੀ ਤੌਰ 'ਤੇ ਬਰਫ਼ ਹਟਾਉਣ ਦਾ ਕੰਮ ਚੱਲਦਾ ਹੀ ਰਹਿੰਦਾ ਤਾਂ ਜੋ ਟ੍ਰੈਫਿਕ ਜਾਮ ਨਾ ਹੋ ਜਾਵੇ। ਅੱਜ ਮੌਸਮ ਸਾਫ਼ ਸੀ। ਪਟੋਤ ਵਿੱਚ ਰਾਤ ਗੁਜ਼ਾਰਨ ਪਿੱਛੋਂ ਦਸੌਂਧਾ ਸਿੰਘ ਸਟੀਅਰਿੰਗ ਫੜ ਕੇ ਬੈਠਾ ਤਾਂ ਉਹਨੇ ਕਿਹਾ, ਬੱਲੇ ਬੱਲੇ, ਓਏ ਅੱਜ ਤਾਂ ਘਬਰਾਉਣ ਦੀ ਲੋੜ ਨਹੀਂ ਬੱਚੂ। ਫਿਰ ਉਹਨੇ ਆਪਣੇ ਕਲੀਨਰ ਨੂੰ ਹੱਥ ਪਰ ਲੰਮੀ ਗਾਲ ਕੱਢ ਕੇ ਪਤਾ ਨਹੀਂ ਕਿਸ ਜਾਨਵਰ ਨਾਲ ਉਹਦਾ ਰਿਸ਼ਤਾ ਕੱਢ ਦਿੱਤਾ ਤੇ ਫਿਰ ਅਰਦਾਸ ਦੇ ਲਹਿਜੇ ਵਿੱਚ ਬੋਲਿਆ, ਵਾਹਿਗੁਰੂ ਸੱਚੇ ਪਾਤਸ਼ਾਹ ਤੇਰੇ ਹੀ ਆਸਰਾ। ਗੱਡੀ ਵਿੱਚ 3 ਸਵਾਰੀਆਂ ਸਨ ਤੇ ਬਹੁਤ ਸਾਰਾ ਮਾਲ ਲੱਦਿਆ ਹੋਇਆ ਸੀ। ਦਸੌਂਧਾ ਸਿੰਘ ਨੇ ਸਾਹਮਣੇ ਸ਼ੀਸ਼ੇ ਵਿੱਚ ਵੇਖ ਕੇ ਕਿਹਾ, ਆਪ ਲੋਕ ਵਾਹਿਗੁਰੂ ਸੱਚੇ ਪਾਤਸ਼ਾਹ ਦੇ 2.5 ਟੋਟਰੂ ਹੀ ਤਾਂ ਹੋ, 2 ਮਰਦ 1 ਔਰਤ। ਸਵਾਰੀਆਂ ਵਿੱਚੋਂ ਇੱਕ ਮਰਦ ਬੋਲਿਆ, ਸਰਦਾਰ ਜੀ ਔਰਤ ਦੀ ਅੱਧੀ ਸਵਾਰੀ ਗਿਣ ਰਹੇ ਹੋ? ਤਾਂ ਟਿਕਟ ਵੀ ਅੱਧਾ ਹੀ ਲੱਗਣਾ ਚਾਹੀਦਾ ਹੈ। ਔਰਤ ਬੁਲਬੁਲ ਵਾਂਗ ਚਹਿਕੀ। ਬਾਨਿਹਾਲ ਗੇਟ ਉੱਤੇ ਗੱਡੀਆਂ ਰੁਕ ਗਈ। ਗੇਟ ਖੁੱਲ੍ਹਣ ਵਿੱਚ 20 ਮਿੰਟ ਰਹਿੰਦੇ ਸਨ। ਦਸੌਂਧਾ ਸਿੰਘ ਬੋਲਿਆ, 20 ਗੱਡੀਆਂ ਸਾਡੇ ਅੱਗੇ ਹਨ ਤੇ 5 ਪਿੱਛੇ, ਕੁੱਲ 26 ਹੋਈਆਂ। ਜਾਂ ਤਾਂ ਸਾਰੇ ਹੀ ਮਰਾਂਗੇ ਇੱਕ ਸਾਥ ਜਾਂ ਪਾਰ ਹੋ ਜਾਵਾਂਗੇ। ਮੌਸਮ ਤਾਂ ਖਰਾਬ ਨਹੀਂ। ਤੇ ਫਿਰ ਉਸਨੇ ਅਸਮਾਨ ਵੱਲ ਤੱਕ ਕੇ ਕਿਹਾ, ਤੇਰੀਆਂ ਤੂੰ ਹੀ ਜਾਣੇ ਵਾਹਿਗੁਰੂ ਜੀ, ਇੱਕ ਦਿਨ ਤਾਂ ਟਿਕਟ ਕਟਾਉਣਾ ਹੀ ਹੋਵੇਗਾ। ਅਸੀਂ ਤਾਂ ਉੱਥੇ ਵੀ ਤੇਰੇ ਡਰਾਈਵਰ ਹੀ ਬਣਾਂਗੇ। ਉਧਰ ਹਮ ਕਲੀਨਰ ਹੀ ਨਹੀਂ ਕਰੇਗਾ ਉਸਤਾਦ, ਕਲੀਨਰ ਨੇ ਟੋਕਿਆ। ਚੁੱਪ ਆਲੂ ਬਗਾਰਿਆ। ਦਸੌਂਧਾ ਸਿੰਘ ਨੇ ਜ਼ੁਬਾਨ ਦੀ ਸਫਾਈ ਵਿਖਾਈ ਤੇ ਬੈਠੇ ਬੈਠੇ ਪਹਿਲਾਂ ਪਿੱਛੇ ਮੁੜ ਕੇ ਸਵਾਰੀਆਂ ਵੱਲ ਤੱਕਿਆ ਤੇ ਫਿਰ ਆਪਣੀ ਨਜ਼ਰ ਕਲੀਨਰ 'ਤੇ ਜਮਾ ਦਿੱਤੀ। ਚੁੱਪ ਜਾਨੀ ਚੋਰ ਦੇ ਕਸ਼ਹਿਰੇ, ਦਸੌਂਧਾ ਸਿੰਘ ਨੇ ਉਹਦੀ ਗੱਤ ਬਣਾ, ਹਾਲੇ ਤੈਨੂੰ ਆਉਂਦਾ ਕੀ ਹੈ? ਹੈਂਡਲ ਮਾਰ ਲਿਆ ਤੇ ਗੱਲਾਂ ਕਰ ਲਈਆਂ ਮਣਮਣ ਦੀਆਂ। ਜਾਨੀ ਚੋਰ ਦੇ ਕਸ਼ਹਿਰੇ ਦਾ ਕੀ ਮਤਲਬ ਹੋਇਆ ਸਰਦਾਰ ਜੀ? ਔਰਤ ਨੇ ਹੱਸ ਕੇ ਪੁੱਛਿਆ। ਦਸੌਂਧਾ ਸਿੰਘ ਨੇ ਸਾਹਮਣੇ ਵਾਲੇ ਸ਼ੀਸ਼ੇ ਵਿੱਚ ਵੇਖ ਕੇ ਇਸ ਪਤਲੀ ਪਤੰਗ ਕੁੜੀ ਦੇ ਲੰਬੂਤਰੇ ਚਿਹਰੇ ਤੇ ਵੱਡੀਆਂ ਵੱਡੀਆਂ ਅੱਖਾਂ ਦਾ ਹਿਸਾਬ ਬਿਠਾਉਂਦਿਆਂ ਕਿਹਾ, ਦਸ਼ਮ ਪਾਤਸ਼ਾਹ ਬੋਲ ਗਏ ਬੀਬੀ। ਕੀ ਬੋਲ ਗਏ? 5 ਕਕਾਰ ਧਾਰਨ ਕਰੋ, ਕੜਾ ਕੇਸ਼ ਕੰਘਾ ਕਿਰਪਾਨ, ਇਹ ਹੋਏ 4 ਤੇ 5ਵਾਂ ਕਸ਼ਹਿਰਾ। ਇੱਕ ਵਾਰ ਸ਼ੈਤਾਨ ਗਲੀ ਵਿੱਚ ਬੇਲਚੇ ਨਾਲ ਬਰਫ਼ ਹਟਾਉਂਦੇ ਹੋਏ ਇਹਦਾ ਕਸ਼ਹਿਰਾ ਗੁੰਮ ਹੋ ਗਿਆ। ਅਸੀਂ ਇਹਨੂੰ ਇੱਕ ਕਸ਼ਹਿਰਾ ਜਿਹੜਾ ਆਪਣੇ ਲਈ ਜੰਮੂ ਤੋਂ ਲਾਇਆ ਸੀ ਕੱਢ ਕੇ ਦੇ ਦਿੱਤਾ। ਉਦੋਂ ਤੋਂ ਵਾਹਿਗੁਰੂ ਦੀ ਸਹੁੰ, ਇਹ ਸਾਡਾ ਜਾਨੀ ਚੋਰ ਆਪਣੀ ਤਨਖਾਹ ਵਿੱਚੋਂ ਕਦੀ ਕਸ਼ਹਿਰਾ ਨਹੀਂ ਸੁਣਾਉਂਦਾ। ਜਦ ਕਸ਼ਹਿਰੇ ਵਿੱਚ ਲੰਗਾਰ ਆ ਜਾਂਦੇ ਹਨ ਤਾਂ ਉਸਤਾਦ ਹੀ ਨਹੀਂ ਚਾਚਾ ਆ ਕੇ ਹੱਥ ਬੰਨ੍ਹਦਾ ਹੈ। ਪਤਲੀ ਪਤੰਗ ਕੁੜੀ ਨੇ ਆਪਣੇ ਦੋਹਾਂ ਸਾਥੀਆਂ ਨੂੰ ਕਿਹਾ, ਚੰਗਾ ਹੋਵੇ ਕਿ ਸਰਦਾਰ ਜੀ ਨੂੰ ਵੀ ਅਸੀਂ ਆਪਣੇ ਕਿਸੇ ਡਰਾਮੇ ਵਿੱਚ ਪਾਰਟ ਦੇਈਏ। ਸਾਨੂੰ ਪਾਰਟ ਪਿੱਛੋਂ ਦੇਣਾ ਕਿਸੇ ਡਰਾਮੇ ਵਿੱਚ? ਦਸੌਂਧਾ ਸਿੰਘ ਨੇ ਗੇਟ ਖੁੱਲ੍ਹਣ ਦੀ ਖਬਰ ਸੁਣ ਕੇ ਕਿਹਾ, ਸ਼ੈਤਾਨ ਗਲੀ 'ਚੋਂ ਬਚਾਉਣਾ ਸੱਚੇ ਪਾਤਸ਼ਾਹ, ਬਚ ਗਏ ਤਾਂ ਡਰਾਮੇ ਵਿੱਚ ਪਾਰਟ ਵੀ ਕਰ ਲਵਾਂਗੇ। ਅਗਲੀਆਂ ਗੱਡੀਆਂ ਛੇਤੀ ਛੇਤੀ ਗੇਟ ਪਾਰ ਕਰ ਰਹੀਆਂ ਸਨ। ਦਸੌਂਧਾ ਸਿੰਘ ਨੇ ਵੀ ਗੇਟ ਪਾਰ ਕੀਤਾ। ਪੱਧਰ ਸੜਕ ਉੱਤੇ ਚੱਲਦੇ ਚੱਲਦੇ ਪਹਾੜ ਦੀ ਬੁਲੰਦੀ ਵੱਲ ਤੱਕ ਕੇ ਉਹਨੇ ਦੋਹਾਂ ਹੱਥਾਂ ਨਾਲ ਦੋਵੇਂ ਕੰਨ ਛੋਹ ਕੇ ਕਿਹਾ, ਸਤਿਨਾਮ ਸ੍ਰੀ ਵਾਹਿਗੁਰੂ, ਅਕਾਲ ਪੁਰਖ ਤੇਰਾ ਹੀ ਆਸਰਾ। ਤੇ ਦੁਬਾਰਾ ਕੰਨ ਛੋਹ ਕੇ ਗੱਡੀ ਚਲਾਉਂਦੇ ਹੋਏ ਬੋਲਿਆ, ਸੱਚੇ ਪਾਤਸ਼ਾਹ ਤੇਰੀ ਓਟ। 5 ਤੱਤ ਦਾ ਪੁਤਲਾ ਬਣਾਇਆ, ਕੋਈ ਡਰਾਈਵਰ ਤੇ ਕੋਈ ਕਲੀਨਰ, ਕੋਈ ਡਰਾਮੇ ਦਾ ਐਕਟਰ ਵੀ ਏ। ਤੇ ਫਿਰ ਉਹਨੇ ਪਤਲੀ ਪਤੰਗ ਕੁੜੀ ਦੇ ਲੰਬੂਤਰੇ ਚਿਹਰੇ ਦੀ ਲੰਬੂਤਰੀ ਠੋਡੀ ਦੇ ਵੱਡੇ ਸਾਰੇ ਤਿਲ ਉੱਤੇ ਜਿਵੇਂ ਆਪਣੀਆਂ ਪਲਕਾਂ ਵਿਛਾਉਂਦੇ ਹੋਏ ਕਿਹਾ, ਬੀਬੀ ਤੁਸੀਂ ਡਰਾਮਾ ਕਰਦੇ ਹੋ? ਆਪ ਜੀ ਨੂੰ ਕੌਣ ਸਾ ਪਾਰਟ ਮਿਲਦਾ ਹੈ? ਪਤਲੀ ਪਤੰਗ ਕੁੜੀ ਦੇ ਇੱਕ ਸਾਥੀ ਨੇ ਸਰਦਾਰ ਜੀ ਦਾ ਮੋਢਾ ਥਾਪੜ ਕੇ ਕਿਹਾ, ਇਹ ਸਾਡੀ ਗੁਲਹਿਮਾ ਹੀਰੋਇਨ ਤੋਂ ਘੱਟ ਪਾਰਟ ਤਾਂ ਕਰਦੀ ਨਹੀਂ। ਗੁਲਹਿਮਾ ਬੋਲੀ, ਇਹ ਸਾਡੇ ਡਾਇਰੈਕਟਰ ਨੇ ਸਰਦਾਰ ਜੀ, ਤੇ ਇਹ ਇਹਨਾਂ ਦੀ ਨਵਾਜ਼ਿਸ਼ ਹੈ ਕਿ ਮੈਨੂੰ ਹੀਰੋਇਨ ਬਣਾ ਲੈਂਦੇ ਨੇ। ਉਂਝ ਸੇਠ ਜੀ ਨੂੰ ਵੀ ਮੇਰਾ ਕੰਮ ਪਸੰਦ ਹੈ। ਡਾਇਰੈਕਟਰ ਨੇ ਕੁੱਕੜ ਵਾਂਗ ਧੌਣ ਅਕੜਾ ਕੇ ਕਿਹਾ, ਗੁਲਹਿਮਾ ਤੇਰਾ ਤਾਂ ਹੀਰੋਇਨ ਬਣਨ ਲਈ ਜਨਮ ਹੋਇਆ ਹੈ। ਇਹ ਗੱਲ ਸੇਠ ਜੀ ਕਈ ਵਾਰ ਆਖ ਚੁੱਕੇ ਨੇ। ਆਖਰ ਇਹ ਸਭ ਉਹਨਾਂ ਦੀ ਮਾਇਆ ਦਾ ਹੀ ਖੇਲ ਹੈ। ਤੀਸਰੇ ਸਾਥੀ ਨੇ ਬੜੀ ਨਰਮਾਈ ਨਾਲ ਕਿਹਾ, ਗੁਲਹਿਮਾ ਦੇ ਡਾਇਲਾਗ ਮੈਨੂੰ ਹੀ ਲਿਖਣੇ ਪੈਂਦੇ ਨੇ ਸਰਦਾਰ ਜੀ। ਅੱਛਾ, ਤਾਂ ਤੁਸੀਂ ਡਰਾਮਾ ਲੈਂਦੇ ਹੋ? ਸਰਦਾਰ ਜੀ ਨੇ ਤੇਜ਼ੀ ਨਾਲ ਗੱਡੀ ਦਾ ਸਟੀਅਰਿੰਗ ਘੁਮਾਉਂਦੇ ਹੋਏ ਕਿਹਾ, ਓਏ ਬੱਲੇ ਬੱਲੇ ਸੱਚੇ ਪਾਤਸ਼ਾਹ, ਸਾਡੇ ਦਸਮ ਪਾਤਸ਼ਾਹ ਨੇ ਵੀ ਬਚਿੱਤਰ ਨਾਟਕ ਲਿਖਿਆ ਸੀ।
ਬਾਪੂ ਜੀ ਕਿਹਾ ਕਰਦੇ ਸਨ ਕਿ ਦਸਮ ਗੁਰੂ ਨੇ ਨਾਰੀ ਦੇ ਸਭ ਚਰਿੱਤਰ ਖੋਲ ਕੇ ਵਿਖਾਏ ਨੇ। ਇੱਕ ਵਾਰ ਸਾਡੀ ਦਾਦੀ ਨੇ ਪੁੱਛਿਆ, ਪੁੱਤਰ ਕੀ ਮੇਰੇ ਵਿੱਚ ਵੀ ਨਾਰੀ ਵਾਲੇ ਚਰਿੱਤਰ ਨੇ? ਬਾਪੂ ਜੀ ਬੋਲੇ, ਤੂੰ ਸਾਡੀ ਮਾਤਾ ਹੈ, ਇਸ ਲਈ 2-4 ਘੱਟ ਜਾਂ 2-4 ਵੱਧ। ਤੇ ਫਿਰ ਦਸੌਂਧਾ ਸਿੰਘ ਨੇ ਪਹਾੜ ਦੀ ਬੁਲੰਦੀ ਦਾ ਖਿਆਲ ਕਰਦੇ ਹੋਏ ਕਿਹਾ, ਹੁਣ ਸ਼ੈਤਾਨ ਗਲੀ ਦੂਰ ਨਹੀਂ, ਸਾਡੇ 2.5 ਟੋਟਰੂ ਦੀ ਜ਼ਿੰਮੇਵਾਰੀ ਤੇਰੇ ਉੱਤੇ ਆ ਸੱਚੇ ਪਾਤਸ਼ਾਹ। ਅੱਜ ਸ਼ੈਤਾਨ ਗਲੀ ਦੇ ਨਾਟਕ ਵਿੱਚੋਂ ਕੱਢ ਲੈ, ਚਲੋ ਸਹੀ ਸਲਾਮਤ। ਬਰਫ਼ ਨਾਲ ਕੀ ਯਾਰਾਨਾ? ਓਏ ਬੱਲੇ ਬੱਲੇ, ਸਾਡੀ ਯਾਰੀ ਤਾਂ ਅੱਗ ਨਾਲ ਹੈ, ਜਿਹੜੀ 5 ਤੱਤ ਦੇ ਪੁਤਲੇ ਦੀ ਮਾਂ ਵੀ ਹੈ ਤੇ ਉਹਨੂੰ ਖਾਣ ਵਾਲੀ ਵੀ। ਸੜਕ ਦੇ ਕਿਨਾਰੇ ਇੱਕ ਥਾਂ ਦਸੌਂਧਾ ਸਿੰਘ ਨੇ ਗੱਡੀ ਰੋਕ ਦਿੱਤੀ। ਪਿੱਛੇ ਵਾਲੀਆਂ ਗੱਡੀਆਂ ਅੱਗੇ ਨਿਕਲ ਗਈਆਂ। ਕਿਉਂ ਰੋਕਿਓਗੇ ਸਰਦਾਰ ਜੀ? ਗੁਲਹਿਮਾ ਨੇ ਹੈਰਾਨ ਹੋ ਕੇ ਪੁੱਛਿਆ। ਦਸੌਂਧਾ ਸਿੰਘ ਨੇ ਗੱਡੀ 'ਚੋਂ ਬਾਹਰ ਨਿਕਲ ਕੇ ਕਿਹਾ, ਓਏ ਜਾਨੀ ਚੋਰ ਦਿਆ ਕਸ਼ਹਿਰਿਆ, ਬਾਹਰ ਆ ਕੇ ਵੇਖ ਹਵਾ ਦੀ ਨਬਜ਼ ਕੀ ਦੱਸ ਰਹੀ ਹੈ। ਜਾਨੀ ਚੋਰ ਬਾਹਰ ਨਿਕਲਿਆ ਤਾਂ ਖਿੜਕੀ ਵਿੱਚ ਫਸ ਕੇ ਉਹਦੀ ਪੱਗ ਸੜਕ ਉੱਤੇ ਜਾ ਡਿੱਗੀ। ਮੁੜ ਕੇ ਕੇਸਾਂ ਦਾ ਜੂੜਾ ਬੰਨਿਆ ਤੇ ਤਿੱਤਰ ਖੰਭੀ ਪੱਗ ਕੱਸ ਕੇ ਸਿਰ ਤੇ ਵਲੇਟਦੇ ਹੋਏ ਕਿਹਾ, ਹਵਾ ਕਿਆ ਆਖਦੀ ਹੈ ਉਸਤਾਦ, ਤੇਰਾ ਇਹ ਵਹਿਮ ਕਬ ਦੂਰ ਹੋਵੇਗਾ? ਗੁਲਹਿਮਾ ਬੋਲੀ, ਮਹੇਸ਼ ਜੀ, 1-2 ਡਾਇਲੋਗ ਜਾਨੀ ਚੋਰ ਦੇ ਵੀ ਆਉਣੇ ਚਾਹੀਦੇ ਨੇ ਸਾਡੇ ਅਗਲੇ ਡਰਾਮੇ ਵਿੱਚ। ਤੇ ਫਿਰ ਉਹਨੇ ਡਾਇਰੈਕਟਰ ਵੱਲ ਅੱਖਾਂ ਘੁਮਾ ਕੇ ਕਿਹਾ, ਅਖਤਰ ਸਾਹਿਬ, ਕਮਾਲ ਹੋ ਜਾਵੇ ਜੇ ਕਿਤੇ ਸਾਡੇ ਆਉਣ ਵਾਲੇ ਡਰਾਮੇ ਵਿੱਚ ਜਾਨੀ ਚੋਂ ਸਾਬਣ ਦੀ ਝੱਗ ਵਾਂਗ ਉੱਠੇ ਤੇ ਇੱਕ ਘੜੀ ਆਪਣਾ ਰੰਗ ਵਿਖਾ ਕੇ ਬੈਠ ਜਾਵੇ, ਬਸ ਮਜ਼ਾ ਹੀ ਆ ਜਾਵੇ। ਮੈਂ ਤਾਂ ਸਰਦਾਰ ਜੀ ਲਈ ਚੰਗਾ ਜਿਹਾ ਰੋਲ ਸੋਚ ਰਿਹਾ ਸਾਂ। ਅਖਤਰ ਦੀ ਆਵਾਜ਼ ਉੱਪਰ ਉੱਠਦੀ ਗਈ ਤੇ ਫਿਰ ਉਹਨੇ ਗੱਡੀ ਦੀ ਛੱਤ ਵੱਲ ਤੱਕਦੇ ਹੋਏ ਆਵਾਜ਼ ਨੂੰ ਸਾਹਮਣੇ ਉੱਤੇ ਲਿਆ ਕੇ ਕਿਹਾ, ਤੇਰਾ ਕੀ ਖਿਆਲ ਹੈ ਗੁਲਹਿਮਾ? ਡਾਇਰੈਕਟਰੀ ਕਰਦੇ ਕਰਦੇ ਉਹਨੂੰ ਕਈ ਆਵਾਜ਼ਾਂ ਬਦਲਣ ਦਾ ਅਭਿਆਸ ਹੋ ਚੁੱਕਾ ਸੀ। ਇਹ ਮਹੇਸ਼ ਜੀ ਤੋਂ ਪੁੱਛੋ, ਡਾਇਲੌਗ ਦੇ ਮਾਲਕ ਇਹ ਨੇ। ਗੁਲਹਿਮਾ ਦੇ ਬੁੱਲਾਂ ਤੇ ਮੁਸਕਾਨ ਉਭਰੀ, ਜਿਵੇਂ ਗੀਤ ਦੇ ਬੋਲ ਵਿੱਚ ਨਵੀਂ ਉਪਮਾ ਲਹਿਰਾ ਜਾਵੇ। ਮੈਂ ਤਾਂ ਡਾਇਲੌਗ ਫਿੱਟ ਕਰ ਰਿਹਾ ਸਾਂ ਗੁਲਹਿਮਾ, ਮਹੇਸ਼ ਨੇ ਗੰਭੀਰ ਹੋ ਕੇ ਕਿਹਾ। ਤੇਰੀ ਮਾਂ ਤੈਨੂੰ ਚਨਾਰ ਦੇ ਸੁੱਕੇ ਪੱਤਿਆਂ ਦੇ ਢੇਰ ਵਿੱਚੋਂ ਚੁੱਕ ਲਿਆਈ ਸੀ। ਮਜ਼ਾ ਆ ਜਾਵੇ ਜੇ ਤੂੰ ਇਹ ਗੱਲ ਸਟੇਜ ਉੱਤੇ ਆਪਣੇ ਮੂੰਹੋਂ ਆਖ ਦੇਵੇਂ। ਅਖਤਰ ਬੋਲਿਆ, ਸਭ ਬੱਚੇ ਕੀ ਇਸੇ ਤਰ੍ਹਾਂ ਮਿਲਦੇ ਨੇ? ਕੋਈ ਚਨਾਰ ਦੇ ਸੁੱਕੇ ਪੱਤਿਆਂ ਦੇ ਢੇਰ ਵਿੱਚੋਂ ਤਾਂ ਕੋਈ ਤੂੜੀ ਵਾਲੇ ਕੋਠੀ ਵਿੱਚੋਂ। ਸ਼ਕੁੰਤਲਾ ਵੀ ਤਾਂ ਕਨਮ ਰਿਸ਼ੀ ਨੂੰ ਬੰਨ੍ਹਦੇ ਇੱਕ ਗੁੱਠੇ ਪੱਤਿਆਂ ਦੀ ਭਲੇਟੀ ਹੋਈ ਹੀ ਮਿਲੀ ਸੀ। ਦਸੌਂਧਾ ਸਿੰਘ ਅੱਗੇ ਜਾਣ ਦੀ ਥਾਂ ਪਿੱਛੇ ਜਾਣ ਦਾ ਖਿਆਲ ਪੇਸ਼ ਕਰ ਰਿਹਾ ਸੀ। ਜਾਨੀ ਚੋਰ ਬੋਲਿਆ, ਇਹ ਸਭ ਤੇਰਾ ਵਹਿਮ ਹੈ ਉਸਤਾਦ, ਸੜਕ ਪਰ ਕਿਧਰੇ ਬਰਫ਼ ਦਾ ਨਾਮ ਨਿਸ਼ਾਨ ਨਹੀਂ, ਹਵਾ ਠੀਕ ਚੱਲ ਰਹੀ ਹੈ, ਹੁਣ ਤਾਂ ਅਸੀਂ ਸੁਰੰਗ ਪਾਰ ਵੀ ਕਰ ਗਏ ਹੋਤੇ। ਜਾਨੀ ਚੋਰ ਠੀਕ ਆਖ ਰਿਹਾ ਸਰਦਾਰ ਜੀ, ਗੁਲਹਿਮਾ ਨੇ ਸੀਟ ਤੇ ਬੈਠੇ ਬੈਠੇ ਅੱਖਾਂ ਮਟਕਾਈਆਂ। ਹੁਣ ਚੱਲਣਾ ਚਾਹੀਦਾ ਹੈ, ਸਾਡਾ ਐਡਵਾਂਸ ਸਕੁਆਡ ਸ੍ਰੀਨਗਰ ਵਿੱਚ ਸਾਨੂੰ ਉਡੀਕ ਰਿਹਾ ਹੋਵੇਗਾ। ਬੀਬੀ ਤੂੰ ਨਹੀਂ ਜਾਣਦੀ, ਦਸੌਂਧਾ ਸਿੰਘ ਨੇ ਦੋਹਾਂ ਹੱਥਾਂ ਨਾਲ ਦੋਵੇਂ ਕੰਨ ਛੋਹ ਕੇ ਕਿਹਾ। ਹਵਾ ਵਿੱਚ ਆਵਾਜ਼ ਆ ਰਹੀ ਹੈ, ਜਿਵੇਂ ਕੋਈ ਜਪਜੀ ਦਾ ਪਾਠ ਕਰ ਰਿਹਾ ਹੋਵੇ। ਇਸੇ ਥਾਂ ਪਿਛਲੇ ਸਾਲ ਮੇਰਾ ਬੇਲੀ ਡਰਾਈਵਰ ਅਜੀਤ ਬਰਫ਼ ਵਿੱਚ ਦੱਬ ਕੇ ਮਰ ਗਿਆ ਸੀ। 3 ਤੋਲੇ ਸੋਨੇ ਦੇ ਝੁਮਕੇ ਬਣਵਾ ਕੇ ਲਿਆਇਆ ਸੀ। ਉਸੇ ਰੋਜ਼ ਦੀ ਸਵਰਨਾ ਦਾ ਜਨਮ ਦਿਨ ਸੀ। ਅਜੀਤ ਜਪਜੀ ਦਾ ਪਾਠ ਕਰਦਾ ਹੋਇਆ ਮਰਿਆ। ਕੀ ਅਜੀਤ ਦੀ ਆਵਾਜ਼ ਤੁਸੀਂ ਨਹੀਂ ਸੁਣ ਰਹੇ? ਮੈਂ ਇਹ ਸਭ ਗੱਲਾਂ ਆਪਣੇ ਡਰਾਮੇ ਵਿੱਚ ਫਿੱਟ ਕਰ ਸਕਦਾ ਹਾਂ, ਮਹੇਸ਼ ਨੇ ਵਾਲਾਂ ਵਿੱਚ ਉਂਗਲਾਂ ਨਾਲ ਕੰਘੀ ਕਰਦੇ ਹੋਏ ਕਿਹਾ। ਜਾਨੀ ਚੋਰ ਤੇ ਅਖਤਰ ਸਰਦਾਰ ਜੀ ਤੇ ਜ਼ੋਰ ਪਾ ਰਹੇ ਸਨ ਕਿ ਗੱਡੀ ਚਲਾਉਣੀ ਚਾਹੀਦੀ ਹੈ। ਤਾੜੀ ਮਾਰੋ 2.5 ਟੋਟਰੂ, ਦਸੌਂਧਾ ਸਿੰਘ ਨੇ ਜਿੱਦ ਛੱਡਦੇ ਹੋਏ ਕਿਹਾ ਤੇ ਉਹ ਗੱਡੀ ਨੂੰ ਅਗਾਂਹ ਵਧਾ ਲੈ ਚੱਲਿਆ। ਗੁਲਹਿਮਾ ਨੇ ਚੁਟਕੀ ਵਜਾ ਕੇ ਕਿਹਾ, ਸਰਦਾਰ ਜੀ ਅੱਖ ਝਲਕਾਰੇ ਵਿੱਚ ਹੀ ਸ਼ੈਤਾਨ ਗਲੀ ਪਾਰ ਕਰ ਜਾਣਗੇ। ਸ਼ੈਤਾਨ ਗਲੀ ਦੇ ਵਿਚਕਾਰਲੇ ਨੁਕਤੇ ਤੇ ਪਹੁੰਚ ਕੇ ਗੁਲਹਿਮਾ ਚਲਾਈ। ਸਰਦਾਰ ਜੀ ਗੱਡੀ ਰੋਕ ਦੇਵੋ। ਗੱਡੀ ਰੋਕਣ ਸਾਰ ਗੁਲਹਿਮਾ ਬਾਹਰ ਨਿਕਲ ਕੇ ਬੋਲੀ, ਪਹਾੜ ਦਾ ਇਹ ਦ੍ਰਿਸ਼ ਵੀ ਖੂਬ ਹੈ, ਅਗਲੀ ਵੇਰ ਅਸੀਂ ਸੇਠ ਜੀ ਨੂੰ ਨਾਲ ਲਿਆਵਾਂਗੇ। ਅਖਤਰ ਬੋਲਿਆ, ਇੱਕ ਆਰਟਿਸਟ ਵੀ ਰਹਿਣਾ ਚਾਹੀਦਾ ਹੈ, ਜਿਹੜਾ ਪਰਦੇ ਉੱਤੇ ਇਹ ਦ੍ਰਿਸ਼ ਉਭਾਰ ਸਕੇ। ਵੇਖਦੇ ਵੇਖਦੇ ਪਹਾੜ ਦੀ ਢਲਾਨ ਤੋਂ ਬਰਫ਼ ਦੇ ਤੋਦੇ ਡਿੱਗਣ ਲੱਗ ਪਏ। ਦਸੌਂਧਾ ਸਿੰਘ ਨੇ ਘਬਰਾ ਕੇ ਕਿਹਾ, ਮੌਸਮ ਖਰਾਬ ਹੋ ਗਿਆ। ਹਵਾ ਸ਼ਤਾਨੀ ਉੱਤੇ ਉਤਰ ਆਈ। ਅੱਜ ਖੈਰ ਨਹੀਂ ਸੱਚੇ ਪਾਤਸ਼ਾਹ, ਤੇਰਾ ਭਾਣਾ ਮਿੱਠਾ ਲੱਗੇ, ਅੱਜ ਤਾਂ ਬਰਫ਼ ਦੇ ਹੇਠ ਹੀ ਬਿਸਤਰ ਲੱਗੇਗਾ। ਤੇ ਉਹ ਗੱਡੀ ਚਲਾਉਣ ਦੀ ਬੇਕਾਰ ਕੋਸ਼ਿਸ਼ ਕਰਨ ਲੱਗਾ। ਜਾਨੀ ਚੋਰ ਹੈਂਡਲ ਮਾਰ ਰਿਹਾ ਸੀ। ਦਸੌਂਧਾ ਸਿੰਘ ਗੱਡੀ ਉੱਤੇ ਟਿਚਕਰਾਂ ਦੀ ਵਾਛੜ ਲਾ ਰਿਹਾ ਸੀ। ਨੀ ਸਾਲੀਏ, ਤੇਰੇ ਕਬਾੜਖਾਨੇ ਜਾਣ ਦੇ ਦਿਨ ਆ ਗਏ। ਤੇਰੇ ਨਜ਼ਲੇ ਜ਼ੁਕਾਮ ਦਾ ਇਲਾਜ ਸਾਡੇ ਕੋਲ ਤਾਂ ਨਹੀਂ ਹੈ। ਜਾਨੀ ਚੋਰ ਬੇਲਚੇ ਨਾਲ ਬਰਫ਼ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਦਸੌਂਧਾ ਸਿੰਘ ਆਖ ਰਿਹਾ ਸੀ, ਹੁਣ ਕੀ ਕੀਤਾ ਜਾਵੇ ਬੀਬੀ?
ਇੰਜਨ ਦਾ ਕੋਈ ਕਲ ਪੁਰਜਾ ਟੁੱਟ ਜਾਂਦਾ ਤਾਂ ਵਾਹਿਗੁਰੂ ਦੀ ਸਹੁੰ ਆਪਣਾ ਦੰਦ ਕੱਢ ਕੇ ਉੱਥੇ ਫਿੱਟ ਕਰ ਦਿੰਦਾ। ਟਾਇਰ ਫਟ ਜਾਂਦਾ ਤਾਂ ਬਿਨਾਂ ਟਾਇਰ ਦੇ ਗੱਡੀ ਸੁਰੰਗ ਦੇ ਮੂੰਹ 'ਤੇ ਲੈ ਜਾਂਦਾ। ਤੇ ਫਿਰ ਉਹਨੇ ਅਸਮਾਨ ਵੱਲ ਝਾਕ ਕੇ ਕਿਹਾ, ਸੱਚੇ ਪਾਤਸ਼ਾਹ, ਆਪ ਜੀ ਨੇ ਤਾਂ ਬਰਫ਼ ਨਾਲ ਇੰਜਨ ਨੂੰ ਵੀ ਠੰਡਾ ਕਰ ਦਿੱਤਾ। ਗੁਲਹਿਮਾ ਬੋਲੀ, ਮੇਰੀ ਸਦਾ ਇਹ ਇੱਛਾ ਰਹੀ ਹੈ ਕਿ ਮੇਰੀ ਮੌਤ ਕਿਸੇ ਪਹਾੜ ਦੀ ਤਲਹੱਟੀ 'ਤੇ ਹੋਵੇ, ਕੁਝ ਆਪਣੇ ਛਿਨ ਮੇਰੇ ਕੋਲ ਹੋਣ। ਅਖਤਰ ਉਹ ਸਮਾਂ ਆ ਗਿਆ। ਦਸੌਂਧਾ ਸਿੰਘ ਹੇਠ ਉਤਰ ਆਇਆ ਤੇ ਜਾਨੀ ਨੂੰ ਗੱਲ ਲਾ ਕੇ ਬੋਲਿਆ, ਜਾਨੀ ਤੂੰ ਮੇਰੀ ਜਾਨ ਹੈ। ਉਹਦੇ ਸਾਹਮਣੇ ਮੌਤ ਖਲੋਤੀ ਹੈ ਪੁੱਤਰਾ। ਮਹੇਸ਼ ਨੇ ਦਸੌਂਧਾ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਵੇਖ ਲਏ। ਉਹ ਬੋਲਿਆ, ਵੇਖ ਰਹੀ ਹੈ ਗੁਲਹਿਮਾ, ਪਰ ਮੈਨੂੰ ਤਾਂ ਮੌਤ ਦੇ ਗੱਲ ਲੱਗਣ ਦਾ ਭੋਰਾ ਗਮ ਨਹੀਂ ਹੋਣਾ ਚਾਹੀਦਾ। ਮੈਂ ਆਪਣੇ ਡਰਾਮੇ ਦੀ ਹੀਰੋਇਨ ਦੇ ਨਾਲ ਜਾ ਰਿਹਾ ਹਾਂ। ਮਹੇਸ਼, ਕਦੀ ਤਾਂ ਸੰਭਲ ਕੇ ਗੱਲ ਕੀਤਾ ਕਰ। ਅਖਤਰ ਨੇ ਨਸੀਹਤ ਦੇ ਪਰਦੇ ਪਿੱਛੇ ਈਰਖਾ ਦੀ ਜਲਨ ਲੁਕਾਉਂਦੇ ਹੋਏ ਕਿਹਾ, ਕੁਝ ਤਾਂ ਸੋਚ, ਅਸਾਂ ਕਿੱਥੇ ਜਾਣਾ ਹੈ ਤੇ ਕੀ ਕਰਨਾ। ਦਸੌਂਧਾ ਸਿੰਘ ਆਖੀ ਜਾ ਰਿਹਾ ਸੀ, ਸੱਚੇ ਪਾਤਸ਼ਾਹ, ਮੇਰਾ ਡਰਾਮਾ ਤਾਂ ਪੂਰਾ ਹੋ ਲੈਣ ਦੇਵੋ, ਫਿਰ ਭਾਵੇਂ ਪਰਦਾ ਗਿਰਾ ਦੇਣਾ। ਮਹੇਸ਼ ਬੋਲਿਆ, ਸਰਦਾਰ ਜੀ, ਤੁਸੀਂ ਸਾਡੇ ਡਰਾਮੇ ਦੇ ਹੀਰੋ। ਦਸੌਂਧਾ ਸਿੰਘ ਉਦਾਸ ਜਿਹਾ ਮੂੰਹ ਬਣਾ ਕੇ ਬੋਲਿਆ, ਦਾੜੀ ਵਾਲਾ ਵੀ ਕਦੀ ਹੀਰੋ ਹੋਇਆ? ਉਹ ਯਾਰੋ ਸੱਦਰ ਹੀ ਰਹਿ ਗਈ। ਤੇ ਫਿਰ ਉਹ ਹੈਰਾਨ ਹੋ ਕੇ ਬੋਲਿਆ, ਇਹ ਕੀ? ਇੱਥੇ ਵੀ ਅਜੀਤ ਦੇ ਜਪਜੀ ਪੜ੍ਹਨ ਦੀ ਆਵਾਜ਼ ਆਉਣ ਲੱਗ ਪਈ। ਮਹੇਸ਼ ਨੇ ਸਰਦਾਰ ਜੀ ਦੀ ਗੱਲ ਅਣਸੁਣੀ ਕਰਦਿਆਂ ਕਿਹਾ, ਗੁਲਹਿਮਾ, ਕੀ ਗੱਡੀ ਦੇ ਪਹੀਏ ਜਾਮ ਹੋਣ ਦੇ ਨਾਲ ਨਾਲ ਤੇਰੇ ਬੁੱਲਾਂ ਦੀ ਮੁਸਕਾਨ ਵੀ ਜੰਮ ਜਾਵੇਗੀ? ਅਖਤਰ ਬੋਲਿਆ, ਸਾਡੇ ਮਰਨ ਪਿੱਛੋਂ ਇੱਥੋਂ ਲੰਘਣ ਵਾਲਿਆਂ ਨੂੰ ਸਾਡੇ ਡਾਇਲੌਗ ਸੁਣਾਈ ਦਿੱਤਾ ਕਰਨਗੇ, ਇਸ ਲਈ ਸੰਭਲ ਕੇ ਡਾਇਲੌਗ ਫਿੱਟ ਕਰੋ ਬੇਟਾ। ਜੀਣ ਨੂੰ ਮਿਲੇ ਤਾਂ ਕੌਣ ਮਰਨਾ ਚਾਹੇਗਾ? ਮਹੇਸ਼ ਬੋਲਿਆ, ਕਿਉਂ ਗੁਲਹਿਮਾ? ਦਸੌਂਧਾ ਸਿੰਘ ਆਖੀ ਜਾ ਰਿਹਾ ਸੀ, ਓਏ ਜਾਨੀ, ਪੜ੍ਹ ਲੈ ਥੋੜ੍ਹਾ ਜਿਹਾ ਜਪਜੀ ਤੇ ਸੁਧਾਰ ਲੈ ਆਪਣੀ ਆਕਬਤ। ਤੇ ਫਿਰ ਉਹਨੇ ਅਸਮਾਨ ਵੱਲ ਤੱਕ ਕੇ ਕਿਹਾ, ਓਏ ਵਾਹਿਗੁਰੂ ਜੀ, ਬੰਦਾ ਭੁੱਲਣਹਾਰ ਹੈ, ਸਾਥੋਂ ਤਾਂ ਨਹੀਂ ਪੜ੍ਹਿਆ ਜਾਂਦਾ ਤੇਰਾ ਜਪਜੀ। ਜਾਨੀ ਚੋਰ ਬੇਲਚਾ ਚੁੱਕੀ ਹੁਣ ਵੀ ਬਰਫ਼ ਉੱਤੇ ਝਈਆਂ ਲੈ ਲੈ ਪੈਂਦਾ ਸੀ। ਉਹ ਉੱਚੀ ਆਵਾਜ਼ 'ਚ ਬੋਲਿਆ, ਇੱਕ ਸਾਡੀ ਬਾਤ ਵੀ ਸੁਣ ਲਵੋ ਉਸਤਾਦ। ਅੱਗ ਵਿੱਚ ਸੜ ਕਰ ਮਰਨੇ ਤੋਂ ਬਰਫ਼ ਕੇ ਨੀਚੇ ਦਬਕਰ ਮਰਨਾ 1000 ਗੁਣਾ ਚੰਗਾ ਹੈ। ਗੁਲਹਿਮਾ ਨੇ ਮਹੇਸ਼ ਵੱਲ ਤੱਕ ਕੇ ਕਿਹਾ, ਇਹ ਡਾਇਲੌਗ ਵੀ ਨੋਟ ਕਰ ਲਵੋ, ਇਹਨੂੰ ਆਖਦੇ ਨੇ ਡਰਾਮਾ। ਅਖਤਰ ਨੇ ਗਿਆਨ ਦੀ ਫੜ ਮਾਰੀ, ਮੰਜੀ ਉੱਤੇ ਅੱਡੀਆਂ ਰਗੜ ਰਗੜ ਕੇ ਮਰਨ ਨਾਲੋਂ ਤਾਂ ਇਹ ਮੌਤ ਚੰਗੀ ਹੈ। ਕਿਉਂ ਗੁਲਹਿਮਾ, ਤੇਰਾ ਨਾਂ ਨੌਸ਼ਲਬ ਕੈਸਾ ਰਹਿੰਦਾ? ਦਸੌਂਧਾ ਸਿੰਘ ਆਖ ਰਿਹਾ ਸੀ, ਅਜੀਤ ਜਪਜੀ ਦਾ ਪਾਠ ਬੰਦ ਕਰ, ਸਾਨੂੰ ਗੁਲਹਿਮਾ ਦੇ ਬੋਲ ਸੁਣਨ ਦੇ। ਅਖਤਰ ਬੋਲਿਆ, ਮੇਰੀ ਬੀਵੀ ਤੇ ਬੱਚੀ ਦਾ ਕੀ ਬਣੇਗਾ? ਇਹ ਸ਼ੈਤਾਨ ਗਲੀ, ਇਹ ਤੂਫਾਨੀ ਸ਼ਾਮ ਤੇ ਗੁਲਹਿਮਾ ਜਿਸ ਦਾ ਨਾਂ ਨੌਸ਼ਲਬ ਹੋਣਾ ਚਾਹੀਦਾ ਸੀ। ਤੁਸੀਂ ਸਮਝ ਰਹੇ ਹੋ ਕਿ ਅਸੀਂ ਰਿਹਰਸਲ ਲਈ ਮਿਲ ਬੈਠੇ ਹਾਂ, ਜਦ ਮੈਨੂੰ ਡਾਇਰੈਕਟਰ ਦੇ ਇਸ਼ਾਰਿਆਂ 'ਤੇ ਨੱਚਣਾ ਪੈਂਦਾ ਹੈ। ਗੁਲਹਿਮਾ ਦਾ ਕਹਿ ਕਹਾ ਉਪਹਾਸ ਦੀਆਂ ਹੱਦਾਂ ਨੂੰ ਛੋਹ ਗਿਆ। ਮਹੇਸ਼ ਵੀ ਚੁੱਪ ਨਾ ਰਹਿ ਸਕਿਆ। ਗੁਲਹਿਮਾ ਨਾ ਮੇਰੀ ਪਤਨੀ ਹੈ, ਨਾ ਸੰਤਾਨ। ਮੈਂ ਤਾਂ ਮਰਨ ਪਿੱਛੋਂ ਵੀ ਇਹੋ ਕਹਾਂਗਾ ਕਿ ਸ਼ੇਕਸਪੀਅਰ ਦਾ ਵਾਂਗ ਕੋਈ ਹੈਲਮਟ ਨਾ ਲਿਖ ਸਕਿਆ। ਗੁਲਹਿਮਾ ਬੋਲੀ, ਸਰਦਾਰ ਜੀ ਹੀਰੋ ਨੇ, ਬਹੁਤ ਵੱਡੇ ਹੀਰੋ, ਜਿਨ੍ਹਾਂ ਨਾਲ ਜ਼ਿੰਦਗੀ ਨੇ ਮਜ਼ਾਕ ਕੀਤਾ ਹੈ, ਜਿਨ੍ਹਾਂ ਨੂੰ ਹੀਰੋ ਬਣਨਾ ਚਾਹੀਦਾ ਹੈ, B ਕਲਾਸ ਬੱਸ ਦੇ ਡਰਾਈਵਰ ਨੇ, ਤੇ ਜਿਹੜੇ ਸੱਚਮੁੱਚ ਡਰਾਈਵਰ ਵੀ ਨਹੀਂ, ਕਲੀਨਰ ਨੇ, ਉਹ ਹੀਰੋ ਬਣੇ ਬੈਠੇ ਨੇ। ਅਜੀਬ ਥਾਂ ਹੈ ਦੁਨੀਆ। ਹਵਾ ਦੇ ਨਾਲ ਖਬਰੇ ਐਨੀ ਧੁੰਦ ਕਿੱਥੋਂ ਚੱਲੀ ਆਈ ਸੀ, ਰਸਤਾ ਵਿਖਾਈ ਨਹੀਂ ਸੀ ਦਿੰਦਾ। ਤੇ ਫਿਰ ਹੌਲੀ ਹੌਲੀ ਬਰਫ਼ ਪੈਣ ਲੱਗ ਪਈ। ਹੁਣ ਇਸ ਦੇ ਬਿਨਾਂ ਕੋਈ ਉਪਾਅ ਨਹੀਂ ਸੀ ਕਿ 2.5 ਟੋਟਰੂ ਵਾਂਗ ਦਸੌਂਧਾ ਸਿੰਘ ਤੇ ਜਾਨੀ ਚੋਰ ਵੀ ਬੱਸ ਦੇ ਅੰਦਰ ਦੁਬਕ ਕੇ ਬੈਠ ਜਾਣ। ਅਖਤਰ ਅਜਿਹਾ ਚੁੱਪ ਹੋਇਆ ਕਿ ਗੁਲਹਿਮਾ ਦੇ ਮੁੜ ਬੁਲਾਉਣ ਉੱਤੇ ਵੀ ਬੋਲਣ ਨੂੰ ਰਾਜ਼ੀ ਨਾ ਹੋਇਆ। ਉਹ ਬੈਠਾ ਸਿਗਰਟ 'ਤੇ ਕਸ਼ ਲਗਾ ਰਿਹਾ ਸੀ। ਮਹੇਸ਼ ਨੇ ਗੁਲਹਿਮਾ ਦੇ ਹੋਰ ਨੇੜੇ ਹੋ ਕੇ ਕਿਹਾ, ਜ਼ਿੰਦਗੀ ਤੇ ਮੌਤ ਵਿਚਕਾਰ ਕੁਝ ਕੁ ਹੱਥਾਂ ਦਾ ਫਾਸਲਾ ਰਹਿ ਗਿਆ। ਸੰਝ ਦੇ ਹਨੇਰੇ ਢਲ ਆਏ। ਗੁਲਾਬੋ ਗੁਜਰੀ ਕਿਉਂ ਯਾਦ ਆ ਰਹੀ ਹੈ? ਉਹ ਮੇਲੇ ਹਲਵਾਈ ਨੂੰ ਦੁੱਧ ਦੇਣ ਆਉਂਦੀ ਸੀ ਤੇ ਮੈਂ ਆਪਣੇ ਡਾਇਲੌਗ ਫਿੱਟ ਕਰਨ ਲਈ ਇੱਕ ਪਾ ਦੁੱਧ ਦੀ ਖਾਤਰ ਮੇਲੇ ਦੀ ਹੱਟ 'ਤੇ ਖਲੋਤਾ ਰਹਿੰਦਾ ਸਾਂ। ਉਦੋਂ ਤੇ ਹੁਣ ਵਿੱਚ 10 ਸਾਲ ਦੀ ਵਿੱਥ ਹੈ। ਪਰ ਇਹ ਕੀ ਗੱਲ ਹੈ ਗੁਲਹਿਮਾ ਕਿ ਤੇਰੀ ਮੁਸਕਾਨ ਵਿੱਚ ਗੁਲਾਬੋ ਦੇ ਸਾਹਾਂ ਦੀ ਮਹਿਕ ਰਚੀ ਬਸੀ ਮਹਿਸੂਸ ਹੁੰਦੀ ਹੈ। ਗੁਲਾਬੋ ਜਿੱਥੇ ਖਲੋ ਜਾਂਦੀ ਮੇਲਾ ਲੱਗ ਜਾਂਦਾ। ਮੈਨੂੰ ਯਾਦ ਹੈ ਗੁਲਹਿਮਾ, ਤੈਂ ਇੱਕ ਵਾਰ ਕਿਹਾ ਸੀ, ਮਹੇਸ਼ ਮੈਂ ਅੱਗ ਹਾਂ ਅੱਗ, ਜਿਹੜਾ ਵੀ ਮੇਰੇ ਨੇੜੇ ਆਵੇਗਾ ਭਸਮ ਹੋ ਜਾਵੇਗਾ। ਅੱਜ ਮੈਂ ਚਾਹੁੰਦਾ ਹਾਂ ਕਿ ਇਸ ਅੱਗ ਵਿੱਚ ਭਸਮ ਹੋ ਜਾਵਾਂ। ਗੁਲਹਿਮਾ ਨੇ ਹੱਸ ਕੇ ਕਿਹਾ, ਨਾਂ ਹੈ ਗੁਲਹਿਮਾ, ਮਤਲਬ ਬਰਫ਼ ਦਾ ਫੁੱਲ।
ਪਰ ਮੈਂ ਸੱਚਮੁੱਚ ਆਪਣੇ ਸੀਨੇ ਵਿੱਚ ਇੱਕ ਅੱਗ ਲੁਕੋ ਰੱਖੀ ਹੈ। ਮਹੇਸ਼ ਨੇ ਕਿਹਾ, ਕੀ ਇਹ ਸੱਚ ਹੈ ਕਿ ਬਰਫ਼ ਦਾ ਮੁਕਾਬਲਾ ਅੱਗ ਹੀ ਕਰ ਸਕਦੀ ਹੈ? ਬਾਹਰ ਬਰਫ਼ ਪੈ ਰਹੀ ਸੀ। ਦਸੌਂਧਾ ਸਿੰਘ ਤੇ ਜਾਨੀ ਚੋਰ ਨੂੰ ਜਿਵੇਂ ਕਾਠ ਮਾਰ ਗਿਆ ਹੋਵੇ। ਅਖਤਰ ਵੀ ਸਿਗਰਟ ਬੁਝਾਈ ਬੈਠਾ ਸੀ। ਮਹੇਸ਼ ਬੋਲਿਆ, ਗੁਲਹਿਮਾ, ਤੈਂ ਮੇਰੇ ਨਾਲ ਵਾਰ ਐਂਡ ਪੀਸ ਫਿਲਮ ਵੇਖਦਿਆਂ ਕਿਹਾ ਸੀ, ਪੀਅਰੀ ਦੇ ਨਾਲ ਤੂੰ ਕਿੰਨਾ ਮਿਲਦਾ ਏ ਮਹੇਸ਼। ਕਾਸ਼ ਤੂੰ ਪੀਅਰੀ ਵਾਂਗ ਲੰਮਾ ਵੀ ਹੁੰਦਾ ਤੇ ਤੇਰੀਆਂ ਅੱਖਾਂ 'ਤੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਵੀ ਚੜੀ ਹੁੰਦੀ। ਹੁਣ ਜੇ ਇਸ ਤੂਫਾਨ ਤੋਂ ਬਚ ਗਏ ਤਾਂ ਮੈਂ ਆਪਣੀਆਂ ਅੱਖਾਂ ਉੱਤੇ ਇੱਕ ਐਨਕ ਵੀ ਜ਼ਰੂਰ ਚੜ੍ਹਾ ਲਵਾਂਗਾ। ਬਾਕੀ ਰਿਹਾ ਲੰਮੇ ਹੋਣ ਦਾ ਸਵਾਲ, ਸੋ ਮੈਂ ਉੱਚੇ ਪਲੇਟਫਾਰਮ ਉੱਤੇ ਖਲੋ ਕੇ ਆਪਣੀ ਨਟਾਸ਼ਾ ਨਾਲ ਗੱਲਾਂ ਕਰ ਲਿਆ ਕਰਾਂਗਾ। ਗੁਲਹਿਮਾ ਹੱਸ ਪਈ, ਜਿਵੇਂ ਬੰਸਰੀ ਦਾ ਗੀਤ ਸਮ ਤੋਂ ਪੰਚਮ ਤੀਕ ਉੱਠ ਜਾਵੇ। ਬਾਹਰ ਬਰਫ਼ ਪੈ ਰਹੀ ਸੀ। ਦਸੌਂਧਾ ਸਿੰਘ ਖਾਮੋਸ਼ੀ ਦਾ ਰਸਤਾ ਛੱਡ ਕੇ ਕਦੀ ਕਦੀ ਅਕਾਲ ਪੁਰਖ ਨੂੰ ਵੀ ਹਾਕ ਮਾਰ ਲੈਂਦਾ। ਅਖਤਰ ਨੇ ਹਾਰ ਕੇ ਨਵਾਂ ਸਿਗਰਟ ਸੁਲਗਾਇਆ ਤੇ ਲੰਮੇ ਕਸ਼ ਲਗਾਉਣ ਮਗਰੋਂ ਬੁਝਾ ਕੇ ਰੱਖ ਦਿੱਤਾ। ਦਸੌਂਧਾ ਸਿੰਘ ਨੇ ਐਲਾਨ ਕੀਤਾ, ਆਪੋ ਆਪਣੇ ਦੇਵੀ ਦੇਵਤਾ ਤੇ ਪੀਰ ਮੁਰਸ਼ਦ ਨੂੰ ਧਿਆ ਲਵੋ। ਯਾਰ, ਮੌਤ ਨਾਲ ਭੇਂਟ ਹੋਣ ਵਿੱਚ ਹੁਣ ਬਹੁਤ ਦੇਰ ਨਹੀਂ। ਗੁਲਹਿਮਾ ਬੋਲੀ, ਤੁਸੀਂ ਤਾਂ ਸਾਡੇ ਹੀਰੋ ਹੋ। ਮਹੇਸ਼ ਨੇ ਗੁਲਹਿਮਾ ਦੇ ਨੇੜੇ ਝੁੱਕ ਕੇ ਕਿਹਾ, ਤੇਰੀ ਆਵਾਜ਼ ਵਿੱਚ ਲੋਚ ਦੇ ਨਾਲ ਜਿਹੜਾ ਨੁਕੀਲਾਪਨ ਹੈ ਉਹ ਮੈਂ ਕਿੱਥੋਂ ਲਿਆਵਾਂ? ਕਲਚਰਲ ਡੈਲੀਗੇਸ਼ਨ ਨਾਲ ਸਮੁੰਦਰ ਪਾਰ ਜਾਣ ਲੱਗੇ ਤਾਂ ਮੈਨੂੰ ਆਪਣੇ ਪਿਆਰ ਦਾ ਜ਼ਰਦਾਰ ਰੁਮਾਲ ਨਾ ਦੇ ਜਾਈਂ। ਮੈਂ ਤਾਂ ਪਿਆਰ ਦੇ ਢੋਏ ਨੂੰ ਵੀ ਸ੍ਰੀਨਗਰ ਦੇ ਲਾਲ ਚੌਂਕ ਵਿੱਚ ਖਲੋ ਕੇ ਗੋਲਡ ਫਲੇਕ ਦੀ ਇੱਕ ਡੱਬੀ ਲਈ ਵੇਚ ਸਕਦਾ ਹਾਂ। ਗੁਲਹਿਮਾ ਨੇ ਗੰਭੀਰ ਹੋ ਕੇ ਕਿਹਾ, ਕੌਣ ਵੇਚਦਾ ਸ੍ਰੀਨਗਰ ਦੇ ਲਾਲ ਚੌਂਕ ਵਿੱਚ ਕਿਸੇ ਦਾ ਲਾਲ ਰੁਮਾਲ? ਇੱਕ ਰੁਮਾਲ ਦੀ ਆਰਜ਼ੂ ਵਿੱਚ ਤੂੰ ਸ਼ਾਇਦ ਸਾਰੀ ਜ਼ਿੰਦਗੀ ਤੜਪਦਾ ਰਿਹਾ ਹੈ। ਮਹੇਸ਼ ਨੇ ਗੋਲਡ ਫਲੇਕ ਦੀ ਡੱਬੀ 'ਚੋਂ ਅੰਤਿਮ ਸਿਗਰਟ ਕੱਢ ਕੇ ਸੁਲਗਾਇਆ ਤੇ ਉਹ ਬੋਲਿਆ, ਮੈਂ ਸ਼ਾਇਦ ਉਤਨਾ ਚੰਗਾ ਆਦਮੀ ਨਹੀਂ ਹਾਂ ਜਿਤਨਾ ਦਿਸਦਾ ਹਾਂ ਗੁਲਹਿਮਾ। ਮੈਂ 13 ਵੇਰ ਜ਼ਿੰਦਗੀ 'ਚ ਇਸ਼ਕ ਕੀਤਾ ਏ। ਸਮੁੰਦਰ ਪਾਰ ਜਾ ਕੇ ਜਦ ਤੂੰ ਹੱਸੇ ਤੇ ਕਹਿ ਕਹੀ ਵੰਡੇ ਤਾਂ ਸਾਨੂੰ ਵੀ ਯਾਦ ਕਰ ਲਿਆ ਕਰੀਂ। ਦਸੌਂਧਾ ਸਿੰਘ ਨੇ ਯਾਦ ਦੀ ਗੱਡੀ ਪਿਛਾਂ ਵੱਲ ਘੁਮਾ ਕੇ ਕਿਹਾ, ਤੇਰੇ ਮੇਲੇ ਸ਼ਾਹ ਨੂੰ ਗੱਲ ਕਰਨੀ ਨਹੀਂ ਆਉਂਦੀ ਹੋਵੇਗੀ। ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਗੁਲਾਬੋ ਗੁਜਰੀ ਨੂੰ ਜ਼ਰੂਰ ਬਰਫ਼ ਦਾ ਫੁੱਲ ਬਣਾਇਆ ਹੋਵੇਗਾ। ਵੇਖੋ ਜੀ, ਇਸ਼ਕ ਦੀ ਗੱਲ ਤਾਂ ਅੱਗ ਦੀ ਗਲੀ ਏ। ਅਸਾਂ ਵੀ ਕਦੀ ਕਿਸੇ ਨੂੰ ਪਿਆਰ ਕੀਤਾ ਸੀ ਤੇ ਉਸੇ ਦੀ ਯਾਦ ਵਿੱਚ ਇਨ੍ਹਾਂ ਰਸਤਿਆਂ 'ਤੇ ਗੱਡੀ ਚਲਾ ਰਹੇ ਹਾਂ ਤੇ ਹੁਣ ਸਾਡਾ ਇਸ਼ਕ ਕਿੱਕਰ ਸਿੰਘੀ ਨਾਲ ਹੋ ਗਿਆ ਹੈ। ਸੱਚੇ ਪਾਤਸ਼ਾਹ, ਇਹ ਸ਼ੁਗਲ ਅਸੀਂ ਜ਼ਰੂਰ ਕਰ ਲੈਂਦੇ ਹਾਂ। ਕਿੱਕਰ ਸਿੰਘੀ ਅੱਗ ਹੈ ਤੇ ਬਰਫ਼ ਵਿੱਚ ਅੱਗ ਦੀ ਲੋੜ ਰਹਿੰਦੀ ਹੈ। ਤੇ ਫਿਰ ਜਿਵੇਂ ਯਾਦ ਦੇ ਅਲਾਉ ਤੇ ਸੁੱਕੀਆਂ ਛਟੀਆਂ ਪਾਉਂਦੇ ਹੋਏ ਉਹਨੇ ਕਿਹਾ, ਉਹ ਵੀ ਇਸੇ ਸੜਕ 'ਤੇ ਮਿਲੀ ਸੀ ਗੁਲੇ ਦੀ ਜਾਨ। ਉਹਦਾ ਨਾਂ ਸੀ ਲਾਲਾ ਰੁੱਖ। ਜਿਵੇਂ ਉਹ ਬਟੋਤ ਤੇ ਡਾਕ ਬੰਗਲੇ ਵਿੱਚ ਆਰਾਮ ਕੁਰਸੀ 'ਤੇ ਬੈਠੀ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੀ ਹੋਵੇ। ਗੁਲਹਿਮਾ ਬੋਲੀ, ਅਸੀਂ ਸਾਰੇ ਆਪੋ ਆਪਣਾ ਡਰਾਮਾ ਖੇਡ ਰਹੇ ਹਾਂ ਤੇ ਇੱਕ ਦੂਜੇ ਦੇ ਪਾਤਰਾਂ ਨਾਲ ਅਸੀਂ ਹੱਸ ਸਕਦੇ ਹਾਂ, ਰੋ ਸਕਦੇ ਹਾਂ। ਮਹੇਸ਼ ਨੇ ਹਾਮੀ ਭਰੀ। ਪਰ ਇੱਕ ਡਰਾਮੇ ਦੀ ਹੀਰੋਇਨ ਨੂੰ ਸਰਦਾਰ ਜੀ ਦੂਜੇ ਡਰਾਮੇ ਦੀ ਹੀਰੋਇਨ ਨਾਲ ਮਿਲਾ ਰਹੇ ਹਨ। ਅਖਤਰ ਖਾਮੋਸ਼ ਨਾ ਰਹਿ ਸਕਿਆ। ਵਾਹ ਸਰਦਾਰ ਜੀ, ਆਪ ਦੀ ਕਿਆ ਬਾਤ ਹੈ। ਦਸੌਂਧਾ ਸਿੰਘ ਨੇ ਵੇਖਿਆ ਕਿ ਪਹਾੜ ਤੋਂ ਜਿੰਨੀ ਬਰਫ਼ ਢਲਕਣੀ ਸੀ ਢਲਕ ਚੁੱਕੀ ਹੈ। ਬਰਫ਼ ਪੈਣੀ ਵੀ ਹੁਣ ਬੰਦ ਹੋ ਚੁੱਕੀ ਸੀ। ਅਚਨਚੇਤ ਤਲਹੇਟੀ ਵੱਲੋਂ ਇੱਕ ਰੋਸ਼ਨੀ ਨਜ਼ਰ ਆਈ। ਉਹਨੇ ਆਪਣੇ ਜੰਮੇ ਹੋਏ ਹੱਥਾਂ ਨੂੰ ਛੰਡ ਕੇ ਤੇ ਸੰਗ ਦਾ ਪੂਰਾ ਜ਼ੋਰ ਵਿਖਾਉਂਦਿਆਂ ਕਿਹਾ, ਅੱਗ ਅੱਗ, ਅਸੀਂ ਬਚ ਗਏ ਗੁਲ ਦੀ ਜਾਨ। ਓਏ ਮੁਬਾਰਕਾਂ, ਓਏ ਮੁਬਾਰਕਾਂ। ਉਹਨੇ ਬਾਹਰ ਨਿਕਲ ਕੇ ਵੇਖਿਆ, ਬਰਫ਼ ਪੈਣੀ ਬੰਦ ਹੋ ਗਈ ਸੀ ਤੇ ਧੁੰਦ ਵੀ ਘਟ ਗਈ ਸੀ। ਬਰਫ਼ 'ਤੇ ਖਲੋਤਾ ਗੁਨਗੁਨਾਣ ਲੱਗਾ, ਕੁੜੀਏ ਬੰਗਾਲ ਦੀਏ, ਨੀ ਦੁੱਖ ਤੈਨੂੰ ਕਿਹੜੀ ਗੱਲ ਦਾ? ਫਿਰ ਉਹ ਖੁਸ਼ੀ ਨਾਲ ਉਛਲ ਕੇ ਬੋਲਿਆ, ਓਏ ਬੁਲਬੁਲ ਦੀ ਲਾਲਟੈਨ, ਲੇਡੀ ਤੇ ਜੈਂਟਲਮੈਨ, ਜਾਨ ਬਚੀ ਸੋਹਣਿਓ। ਹੁਣ 2.5 ਟੋਟਰੂ ਗੱਡੀ 'ਚੋਂ ਬਾਹਰ ਨਿਕਲ ਆਏ ਸਨ। ਗੁਲਹਿਮਾ ਹੱਸ ਕੇ ਬੋਲੀ, ਸਰਦਾਰ ਜੀ ਆਪਣਾ ਡਾਇਲੌਗ ਦੁਹਰਾਓ। ਦਸੌਂਧਾ ਸਿੰਘ ਨੇ ਖੁਸ਼ੀ ਨਾਲ ਸ਼ਰਾਬੋਰ ਆਵਾਜ਼ ਵਿੱਚ ਕਿਹਾ, ਨੀ ਕੱਚੀਏ ਕੁਆਰ ਗੰਦਲੇ, ਨੀ ਗੁਲ ਦੀ ਜਾਨ, ਨੀ ਬੁਲਬੁਲ ਦੀ ਲਾਲਟੈਨ, ਅੱਗ ਕੋਲ ਤਾਂ ਪਹੁੰਚ ਲਈਏ। ਫਿਰ ਉਹ ਗੱਲਾਂ ਸੁਣਾਵਾਂਗਾ, ਉਹ ਘੁੰਗਰੂ ਵਜਾਵਾਂਗਾ ਕਿ ਤੇਰਾ ਇਹ ਡਾਇਰੈਕਟਰ ਤੇ ਡਰਾਮਾ ਨਵੀਸ ਦੋਵੇਂ ਘੁੱਗੂ ਨਾ ਬਣ ਜਾਣ ਤਾਂ ਮੇਰਾ ਨਾਂ ਬਦਲ ਦੇਵੀਂ, ਗੁਲੇ ਦੀ ਜਾਨ। ਗੁਲਹਿਮਾ ਦਾ ਹਾਸਾ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਅਖਤਰ ਨੇ ਸਿਗਰਟ ਸੁਲਗਾ ਕੇ ਕਸ਼ ਲਗਾਇਆ ਤੇ ਮਹੇਸ਼ ਦੇ ਮੋਢੇ 'ਤੇ ਹੱਥ ਮਾਰ ਕੇ ਆਖਿਆ, ਮੈਨੂੰ ਇੰਕਰੀਮੈਂਟ ਮਿਲ ਜਾਵੇਗੀ?
ਜਾਨੀ ਨੇ ਬੇਲਚਾ ਚੁੱਕਿਆ ਤੇ ਸੜਕ ਛੱਡ ਕੇ ਪਹਾੜ ਦੀ ਤਲਹੇਟੀ ਤੇ ਰਸਤਾ ਬਣਾਉਣ ਲੱਗ ਪਿਆ। ਕਿਸੇ ਪੱਥਰ ਤੇ ਪੈਰ ਆ ਜਾਣ ਕਰਕੇ ਉਹ ਇੰਜ ਤਿਲਕਿਆ ਕਿ 2 ਹੱਥ ਹੇਠ ਜਾ ਕੇ ਗੋਡਿਆਂ ਤੱਕ ਬਰਫ਼ ਵਿੱਚ ਧੱਸ ਗਿਆ। ਉਹ ਬੜੀ ਮੁਸ਼ਕਲ ਨਾਲ ਸੰਭਲਿਆ। ਅਖਤਰ ਤੇ ਮਹੇਸ਼ 3-4 ਡੱਬੇ ਚੁੱਕੀ ਜਾਨੀ ਦੇ ਪਿੱਛੇ ਤੁਰ ਪਏ। ਮੁਸ਼ਕਲ ਸੀ ਤਾਂ ਗੁਲਹਿਮਾ ਦੀ। ਅੱਗ ਜਿੰਨੀ ਨੇੜੇ ਸੀ ਰਸਤਾ ਓਨਾ ਹੀ ਔਖਾ। ਦਸੌਂਧਾ ਸਿੰਘ ਨੇ ਕਿੱਕਰ ਸਿੰਘ ਦੀ ਡੱਬੀ ਵਿੱਚ ਰੱਖ ਲਈ ਤੇ ਫਿਰ ਗੁਲਹਿਮਾ ਨੂੰ ਆਖਿਆ, ਪਰਹੇਜੀ ਫੁਲਕੀਆਂ ਖਾਣ ਵਾਲੇ ਤੈਨੂੰ ਕਿਵੇਂ ਚੁੱਕ ਸਕਦੇ ਸਨ ਗੁਲੇ ਦੀ ਜਾਨ। ਵਾਗਰੂ ਦੀ ਸਹੁੰ, ਤੈਨੂੰ ਚੁੱਕ ਕੇ ਲੈ ਚੱਲਣ ਦਾ ਕੰਮ ਤਾਂ ਤੰਦੂਰੀ ਰੋਟੀਆਂ ਖਾਣ ਵਾਲਾ ਹੀ ਕਰ ਸਕਦਾ ਹੈ। ਡਰੇਂਗੀ ਤਾਂ ਨਹੀਂ ਗੁਲੇ ਦੀ ਜਾਨ। ਹੁਣ ਗੁਲਹਿਮਾ ਦਸੌਂਧਾ ਸਿੰਘ ਦੀਆਂ ਬਾਹਾਂ ਵਿੱਚ ਸੀ। ਉਹ ਆਖਦਾ ਜਾ ਰਿਹਾ ਸੀ, ਗੁਲੇ ਦੀ ਜਾਨ, ਤੈਨੂੰ ਫੁੱਲ ਵਾਂਗੂ ਉੱਥੇ ਜਾ ਟਿਕਾਵਾਂਗਾ। ਓਏ ਬੁਲਬੁਲ ਦੀ ਲਾਲਟੈਨ, ਲੇਡੀ ਤੇ ਜੈਂਟਲਮੈਨ, ਦੋਹਾਂ ਦੇ ਸਰੀਰਾਂ ਦੀ ਅੱਗ ਨੇ ਪਤਾ ਨਹੀਂ ਕਿੰਨੀਆਂ ਬਰਫਾਂ ਪਿਘਲਾ ਦਿੱਤੀਆਂ। ਅਲਾਓ ਵਾਲੇ ਬੁੱਢੇ ਗੁੱਜਰ ਨੇ ਆਪਣਾ ਨਾਮ ਰਹੀਮੂ ਦੱਸਿਆ। ਉਹਦਾ ਜੱਤਲ ਭੌਂਕ ਭੌਂਕ ਕੇ ਆਉਣ ਵਾਲੇ ਪ੍ਰਾਹੁਣਿਆਂ ਦਾ ਸਵਾਗਤ ਕਰ ਰਿਹਾ ਸੀ। ਦਸੌਂਧਾ ਸਿੰਘ ਦੀ ਜਵਾਨੀ ਬਰਫ਼ ਵਿੱਚ ਗੱਡੀ ਫਸਣ ਦੀ ਕਹਾਣੀ ਸੁਣ ਕੇ ਰਹੀਮੂ ਨੇ ਕਿਹਾ, ਬਰਫ਼ ਤੋਂ ਬਚਾਓ ਦੇ ਵਾਸਤੇ ਅੱਗ ਸਭਨਾਂ ਨੂੰ ਨਸੀਬ ਹੋਵੇ। ਕਿੱਕਰ ਸਿੰਘੀ ਦੇ ਨਾਲ ਉਹਨਾਂ ਡੱਬਿਆਂ ਵਿੱਚ ਭਰਿਆ ਖਾਣ ਪੀਣ ਦਾ ਸਮਾਨ ਮੁਕਾ ਦਿੱਤਾ। ਦਸੌਂਧਾ ਸਿੰਘ ਨੇ ਨਸ਼ੇ ਵਿੱਚ ਝੂਮ ਕੇ ਕਿਹਾ, ਜਾਨੀ ਹੁਣ ਤੂੰ ਡਰਾਈਵਰ ਬਣ ਗਿਆ। ਚਾਚਾ ਰਹੀਮੂ ਅਲਾਓ ਵਿੱਚ ਲੱਕੜੀ ਪਾ ਰਿਹਾ ਸੀ। ਦਸੌਂਧਾ ਸਿੰਘ ਨੇ ਪੱਗ ਲਾ ਕੇ ਗਲ ਵਿੱਚ ਪਾ ਲਈ ਤੇ ਕੇਸਾਂ ਦਾ ਜੂੜਾ ਬੰਨ੍ਹਦਾ ਹੋਇਆ ਬੋਲਿਆ, ਮੇਰੀ ਦਾੜੀ ਤਾਂ ਹਾਲੇ ਖਿਚੜੀ ਹੀ ਖਾ ਰਹੀ ਹੈ ਗੁਲੇ ਦੀ ਜਾਨ, ਪਰ ਮੇਰੇ ਕੇਸਾਂ ਉੱਤੇ ਪੀਰ ਦੀ ਬਰਫ਼ ਪੈ ਗਈ। ਕੁੜੀਏ ਨਹੀਂ ਗੁਲਦੀਏ ਜਾਨੀਏ, ਹੁਣ ਤਾਂ ਪੀਰ ਦੀ ਬਰਫ਼ ਹੋਰ ਵੀ ਪਵੇਗੀ। ਵਾਗਰੂ ਦੀ ਸਹੁੰ, ਹਾਲੇ ਤਾਂ ਸਾਡੇ ਡੋਲਿਆਂ ਵਿੱਚ ਜਾਨ ਏ। ਇਹ ਆਖਦਿਆਂ ਉਹਨੇ ਆਪਣੀ ਕਟੋਰੀ 'ਚੋਂ ਆਖਰੀ 2-3 ਘੁੱਟਾਂ ਜੱਤਲ ਦੇ ਮੂੰਹ ਵਿੱਚ ਪਾ ਦਿੱਤੀਆਂ ਤੇ ਜੱਤਲ ਚੌਂ ਕਰਕੇ ਦਸੌਂਧਾ ਸਿੰਘ ਦਾ ਸ਼ੁਕਰੀਆ ਅਦਾ ਕਰਨ ਲੱਗ ਪਿਆ। ਗੁਲਹਿਮਾ ਹੱਸ ਕੇ ਬੋਲੀ, ਅਸਾਂ ਹਾਲੇ ਬਹੁਤ ਸਾਰੇ ਡਰਾਮੇ ਖੇਲਣੇ ਹਨ, ਤੇ ਉਹਨੇ ਪੈਗ ਖਾਲੀ ਕਰ ਦਿੱਤਾ। ਦਸੌਂਧਾ ਸਿੰਘ ਨੇ ਉਹਦੇ ਗਿਲਾਸ ਵਿੱਚ ਕਿੱਕਰ ਸਿੰਘੀ ਪਾਈ ਤਾਂ ਉਹ ਘੁੱਟ ਭਰ ਕੇ ਬੋਲੀ, ਹਾਲੇ ਤਾਂ ਅਸਾਂ ਬਹੁਤ ਦੂਰ ਜਾਣਾ ਹੈ। ਕੁੜੀਏ ਨਹੀਂ ਸਾਡੀ ਗੁਲੇ ਦੀ ਜਾਨੀਏ। ਦਸੌਂਧਾ ਸਿੰਘ ਨੇ ਝੂਮ ਕੇ ਆਖਿਆ, ਤੂੰ ਵੀ ਮਾਇਆ ਬੇਅੰਤ, ਅਕਾਲ ਪੁਰਖ ਦੀ ਮਾਇਆ ਵੇਖਾਂ ਜਾਂ ਤੇਰੀ। ਵਾਗਰੂ ਦੀ ਸਹੁੰ ਗੁਲੇ ਦੀ ਜਾਨ, ਆਪਣਾ ਹੀ ਹਾਲ ਲਿਖਵਾਏਂਗੀ ਡਰਾਮਾ ਨਵੀਸ ਤੋਂ, ਜਾਂ ਸਾਡਾ ਹਾਲ ਵੀ ਰਹੇਗਾ ਸੋਹਣਿਓ। ਇਹ ਸੁਣ ਕੇ ਸਾਰੇ ਹੱਸ ਪਏ। ਇੰਜ ਪ੍ਰਤੀਤ ਹੁੰਦਾ ਸੀ ਕਿ ਸਭ ਦੀਆਂ ਗੱਲਾਂ ਮੁੱਕ ਗਈਆਂ। ਦਗੜ ਦਗੜ ਕਰਦੀ ਨੀਂਦ ਆ ਰਹੀ ਸੀ। ਕੁੱਤਾ ਬੜੇ ਪਿਆਰ ਨਾਲ ਪੂਛ ਹਿਲਾਉਂਦਾ ਹੋਇਆ ਦਸੌਂਧਾ ਸਿੰਘ ਦੇ ਸਰੀਰ ਨਾਲ ਆਪਣੀ ਪਿੱਠ ਰਗੜ ਰਿਹਾ ਸੀ। ਸਭੇ ਉਂਗਲ ਲੱਗ ਪਏ। ਸਭ ਤੋਂ ਪਹਿਲਾਂ ਚਾਚਾ ਰਹੀਮੂ ਹੀ ਘੁਰਾੜੇ ਮਾਰਨ ਲੱਗ ਪਿਆ, ਜਿਵੇਂ ਉਹ ਆਪ ਪੀਰ ਪੰਚਾਲ ਹੋਵੇ। ਦਸੌਂਧਾ ਸਿੰਘ ਦੀ ਅੱਖ ਨਾ ਲੱਗੀ। ਜੱਤਲ ਉਹਦੀ ਪਿੱਠ ਨਾਲ ਪਿੱਠ ਰਗੜ ਰਿਹਾ ਸੀ। ਦਸੌਂਧਾ ਸਿੰਘ ਨੇ ਕਿੱਕਰ ਸਿੰਘੀ ਦਾ ਆਖਰੀ ਪੈਗ ਉਹਦੇ ਮੂੰਹ ਵਿੱਚ ਉਲਟਾਉਂਦੇ ਹੋਏ ਕਿਹਾ, ਲੈ ਓਏ ਪੁੱਤਰਾ, ਮਜ਼ੇ ਨਾਲ ਸੁਣੀ ਅੱਜ। ਜੇ ਕਿਤੇ ਪੀਰ ਪੰਚਾਲ ਮਿਲੇ ਸੁਪਨੇ ਵਿੱਚ ਤਾਂ ਆਖੀ, ਓਏ ਪੀਰਾ ਫਕੀਰਾ, ਤੇਰੀ ਰਾਜ ਵਿੱਚ ਦਸੌਂਧਾ ਸਿੰਘ ਡਰਾਈਵਰ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। ਜੱਤਲ ਬਹੁਤ ਅਹਿਸਾਨ ਭਰੀਆਂ ਨਿਗਾਹਾਂ ਨਾਲ ਦਸੌਂਧਾ ਸਿੰਘ ਵੱਲ ਤੱਕਣ ਲੱਗ ਪਿਆ ਤੇ ਫਿਰ ਉਹ ਵੀ ਸੌਂ ਗਿਆ। ਦਸੌਂਧਾ ਸਿੰਘ ਗੁਣਗੁਣਾਉਣ ਲੱਗ ਪਿਆ, ਤੇਰੇ ਸਾਹਮਣੇ ਬੈਠ ਕੇ ਰੋਣਾ ਤੇ ਦੁੱਖ ਤੈਨੂੰ ਨਹੀਂ ਦੱਸਣਾ। ਦਸੌਂਧਾ ਸਿੰਘ ਦੀ ਨਿਗਾਹ ਮੁੜ ਮੁੜ ਗੁਲਹਿਮਾ ਵੱਲ ਉੱਠ ਜਾਂਦੀ, ਜਿਸ ਦਾ ਚਿਹਰਾ ਬੁਝਦੀ ਅੱਗ ਦੀ ਰੋਸ਼ਨੀ ਵਿੱਚ ਹੋਰ ਵੀ ਪਿਆਰਾ ਲੱਗ ਰਿਹਾ ਸੀ, ਜਿਵੇਂ ਅੱਗ ਬਰਫ਼ ਵਿੱਚ ਧੱਸ ਰਹੀ ਹੋਵੇ ਤੇ ਬਰਫ਼ ਅੱਗ ਵਿੱਚ ਉਤਰ ਰਹੀ ਹੋਵੇ। ਉਹਦੇ ਜੀਅ ਵਿੱਚ ਆਇਆ ਕਿ ਉਹਨੂੰ ਜਗਾ ਕੇ ਉਹਦੀ ਕਹਾਣੀ ਸੁਣੇ, ਪਰ ਉਹ ਇਹ ਸੋਚ ਕੇ ਚੁੱਪ ਹੋ ਰਿਹਾ ਸੀ ਕਿ ਇਸ ਸੜਕ 'ਤੇ ਪਤਾ ਨਹੀਂ ਕਿੰਨੀ ਵੇਰ ਲਾਲਾ ਰੂਪ ਕਿਸ ਕਿਸ ਰੂਪ ਵਿੱਚ ਦਰਸ਼ਨ ਦੇਵੇਗੀ। ਉਹਦੀ ਨਿਗਾਹ ਗੁਲਹਿਮਾ ਵੱਲ ਉੱਠ ਜਾਂਦੀ ਤਾਂ ਉਹਦਾ ਹੱਥ ਆਪਣੇ ਆਪ ਸੁੱਤੇ ਪਏ ਜੱਤਲ ਦੀ ਪਿੱਠ 'ਤੇ ਫਿਰਨ ਲੱਗ ਪੈਂਦਾ। ਉਹਨੂੰ ਨੀਂਦ ਨਹੀਂ ਸੀ ਆ ਰਹੀ। ਗੁਲਹਿਮਾ ਨੇ ਪਾਸਾ ਪਰਤ ਕੇ ਅੱਧ ਖੁੱਲ੍ਹੀਆਂ ਅੱਖਾਂ ਨਾਲ ਦਸੌਂਧਾ ਸਿੰਘ ਵੱਲ ਤੱਕਿਆ, ਜਿਹੜਾ ਟਿਕਟਿਕੀ ਲਾਈ ਉਹਨੂੰ ਵੇਖ ਰਿਹਾ ਸੀ।